ਸਤਿ ਸ਼੍ਰੀ ਅਕਾਲ ਬੱਚਿਓ। ਰੀਜ਼ਨਿੰਗ ਪਾਰਟ 8 ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਛਲੀ ਵੀਡੀਓ ਦੀ ਤਰ੍ਹਾਂ ਹੀ ਅੱਜ ਤੁਹਾਡੇ ਲਈ ਇੱਕ ਟੈਸਟ ਆ 101 ਤੋਂ ਲੈ ਕੇ 105 ਤੱਕ ਤੁਸੀਂ ਕੁਐਸਚਨ ਹੈ ਜੋ ਹੱਲ ਕਰਨੇ ਨੇ। ਮਤਲਬ ਇੱਥੇ ਪਰ ਦੇਖਣਾ ਵੀ ਕਿਹਦੇ ਲਈ ਪੈਟਰਨ ਬਣਦਾ। ਇਹ ਜੋ ਵੀ ਤੁਹਾਡੇ ਆਨਸਰ ਹੋਣਗੇ ਤੁਸੀਂ ਜੋ ਅੱਜ ਵਾਲੀ ਵੀਡੀਓ ਹੈ ਉਹਦੇ ਕਮੈਂਟ ਬਾਕਸ 'ਚ ਜਾ ਕੇ ਆਪਣੇ ਆਨਸਰ ਲਿਖ ਸਕਦੇ ਹੋ ਵੀ ਕਿਹੜੇ ਕੁਐਸਚਨ ਦਾ ਤੁਸੀਂ ਕੀ ਆਨਸਰ ਲਾਇਆ ਜਾਂ ਪੈਟਰਨ ਤੁਹਾਡਾ ਕੀ ਬਣਿਆ, ਜਾਂ ਆਪਣੇ ਅਧਿਆਪਕ ਨੂੰ ਭੇਜ ਸਕਦੇ ਹੋ। ਤੁਹਾਨੂੰ ਦੱਸ ਦੇਣਗੇ ਵੀ ਤੁਹਾਡਾ ਆਨਸਰ ਸਹੀ ਹੈ ਜਾਂ ਗਲਤ, ਜਾਂ ਫਿਰ ਅਗਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਇਹਨਾਂ ਦੇ ਸਹੀ ਉੱਤਰ ਕੀ ਨੇ। ਪਰ ਇੱਕ ਕੁਐਸਚਨ ਦੇ ਵਿੱਚ ਥੋੜ੍ਹੀ ਜਿਹੀ ਇੱਥੇ ਗਲਤੀ ਹੈ। 104 ਕੁਐਸਚਨ ਦੇ ਵਿੱਚ ਦੇਖੋ 1 2 3 1 2 3 4 5 6 ਛੱਡੀਆਂ ਹੋਈਆਂ, ਪਰ ਅੱਖਰ ਆਪਸ਼ਨਾਂ ਦੇ ਵਿੱਚ ਆਪਾਂ ਨੂੰ 7 ਦਿੱਤੇ ਹੋਏ ਆ। ਤਾਂ ਇਸ ਲਈ ਜਿਹੜਾ BV ਲਿਖਿਆ ਹੋਇਆ ਹੈ ਇੱਥੇ BV ਤੋਂ ਮੂਹਰੇ ਆ ਜਿਹੜਾ ਤੁਸੀਂ 2 ਡੈਸ਼ ਕਰ ਦੋਗੇ, ਮਤਲਬ 2 ਖਾਲੀ ਥਾਵਾਂ ਭਰਨੀਆਂ BV ਤੋਂ ਪਹਿਲਾਂ। ਠੀਕ ਹੈ ਬੇਟਾ, ਉਸ ਹਿਸਾਬ ਨਾਲ ਤੁਸੀਂ ਦੇਖੋਗੇ ਵੀ ਕਿਹੜੀ ਆਪਸ਼ਨ ਸਹੀ ਹੁੰਦੀ ਹੈ। ਤਾਂ ਬੈਸਟ ਆਫ ਲੱਕ ਸਾਰਿਆਂ ਨੂੰ ਮੇਰੇ ਵੱਲੋਂ। ਚਲੋ ਬੇਟਾ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। 106 ਨੰਬਰ ਕੁਐਸਚਨ ਤੋਂ ਅੰਗਰੇਜ਼ੀ ਸ਼ਬਦਕੋਸ਼ ਅਨੁਸਾਰ ਕਿਹੜਾ ਅੱਖਰ ਪਹਿਲਾਂ ਆਵੇਗਾ। ਦੇਖੋ ਇਹਦੇ ਨਾਲ ਦੇ ਕੁਐਸਚਨ ਆਪਾਂ ਪਹਿਲਾਂ ਵੀ ਕੀਤੇ ਹੋਏ ਆ। ਪਹਿਲਾਂ ਆਪਾਂ ਜਿੰਨੇ ਵੀ ਆਪਾਂ ਨੂੰ 4 ਦੇ 4 ਵਰਡ ਦਿੱਤੇ ਹੋਏ ਨੇ ਉਹਦੇ ਵਿੱਚੋਂ ਆਪਾਂ ਪਹਿਲਾ ਅੱਖਰ ਚੈੱਕ ਕਰਾਂਗੇ, ਦੂਜਾ ਤੀਜਾ ਐਵੇਂ ਚੈੱਕ ਕਰਾਂਗੇ ਵੀ ਪਹਿਲਾਂ ਤਾਂ ਸਭ ਤੋਂ ਪਹਿਲਾ ਅੱਖਰ ਚੈੱਕ ਕਰੋ ਵਰਡ। ਠੀਕ ਹੈ, ਵਰਡ ਦੇ ਵਿੱਚ ਪਹਿਲਾ ਅੱਖਰ ਚੈੱਕ ਕਰੋ ਵੀ ਕੀ ਆਉਂਦਾ, ਫਿਰ ਦੂਜਾ, ਫਿਰ ਤੀਜਾ। ਠੀਕ ਹੈ, ਜਿਵੇਂ C ਇਹ ਸਾਰਿਆਂ 'ਚ ਬਰਾਬਰ ਆਈ ਜਾਂਦਾ, ਉਦੋਂ ਬਾਅਦ H ਵੀ ਬਰਾਬਰ ਆਈ ਜਾਂਦਾ, A ਵੀ ਬਰਾਬਰ ਆਈ ਜਾਂਦਾ। ਮਤਲਬ ਪਹਿਲਾਂ ਆਊਗਾ ਕਿਹੜਾ ਆਊਗਾ ਉਹ ਆਪਾਂ ਨੂੰ ਚੌਥੇ ਅੱਖਰ ਨੇ ਦੱਸਣਾ। ਇੱਥੇ ਦੇਖੋ ਮੈਂ ਸਾਰੇ ਚੌਥੇ ਅੱਖਰਾਂ ਦਾ ਮੈਂ ਨਿਸ਼ਾਨ ਲਾ ਰਿਹਾ। ਠੀਕ ਹੈ ਬੇਟਾ, ਦੇਖੋ ਕਿਹੜੇ ਕਿਹੜੇ ਹੋ ਗਏ IMRE। ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਇੰਗਲਿਸ਼ ਅਲਫਾਬੈਟ ਦੇ ਵਿੱਚ ਕਿਹੜਾ ਅੱਖਰ ਆਉਂਦਾ E। ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਅੱਖਰ ਜਿਹੜਾ ਆਏਗਾ ਉਹ ਕਿਹੜਾ ਆਏਗਾ, ਚੌਥੀ ਆਪਸ਼ਨ ਵਾਲਾ ਅੱਖਰ ਸਭ ਤੋਂ ਪਹਿਲਾਂ ਆਏਗਾ। ਅਗਲਾ 107 ਨੰਬਰ ਕੁਐਸਚਨ, ਅੰਗਰੇਜ਼ੀ ਸ਼ਬਦਕੋਸ਼ ਅਨੁਸਾਰ ਕਿਹੜਾ ਸ਼ਬਦ ਤੀਸਰੇ ਸਥਾਨ 'ਤੇ ਆਵੇਗਾ। ਹੁਣ ਆਪਾਂ ਤੀਸਰੇ ਸਥਾਨ 'ਤੇ ਦੇਖਾਂ ਤਾਂ ਆਪਾਂ ਉਵੇਂ ਸੀਕੁਐਂਸ ਦੇ ਦਾਂਗੇ ਵੀ ਪਹਿਲੇ ਸਥਾਨ 'ਤੇ, ਦੂਜੇ 'ਤੇ, ਤੀਜੇ 'ਤੇ ਆਪਾਂ ਨੂੰ ਐਵੇਂ ਪਤਾ ਲੱਗ ਜਾਏਗਾ। ਉਸੇ ਤਰੀਕੇ ਨਾਲ ਹੀ ਜਿਵੇਂ ਆਪਾਂ ਪਹਿਲਾਂ ਵਾਲਾ ਕੁਐਸਚਨ ਕੀਤਾ। ਦੇਖੋ ਬੇਟਾ ਇਹਨਾਂ ਦੋਵਾਂ ਦੇ ਵਿੱਚ C ਹੈ ਤਾਂ ਮਤਲਬ ਆ D E F ਇਹ ਤਾਂ ਠੀਕ ਹੈ, ਮਤਲਬ ਇਹ ਤਾਂ ਚੌਥੇ 'ਤੇ ਆਊਗਾ ਕਿਉਂਕਿ ਇਹ ਸਭ ਤੋਂ ਮੰਗ ਰਿਹਾ। ਅਤੇ ਇਹ ਕਿੰਨੇਵੇਂ 'ਤੇ ਆਊਗਾ, ਤੀਜੇ 'ਤੇ। ਪਹਿਲੇ ਦੋ 'ਤੇ ਆਹ ਦੋਨੇ ਆਉਣਗੇ। ਠੀਕ ਹੈ, ਆਹ ਮਤਲਬ ਪਹਿਲੇ 'ਤੇ ਆ ਜਾਊਗਾ, ਇਹ ਕਿੰਨੇਵੇਂ 'ਤੇ ਆ ਜਾਊਗਾ, ਦੂਜੇ 'ਤੇ। ਪਤਾ ਲੱਗ ਗਿਆ ਨਾ, ਕਿਉਂਕਿ C ਇਹਨਾਂ ਦੇ ਵਿੱਚ ਪਹਿਲੇ ਦੂਜੇ 'ਚ ਦੇਖੋ C ਹੈ, ਉਸ ਤੋਂ ਬਾਅਦ ਦੂਜੇ ਦੇ ਵਿੱਚ L ਹੈ, ਦੂਜੇ ਦੇ ਵਿੱਚ A ਹੈ, ਪਹਿਲੇ ਦੇ ਵਿੱਚ L ਆ, ਤਾਂ A ਵਾਲਾ ਪਹਿਲਾਂ ਆਊਗਾ ਨਾ। ਤਾਂ ਦੂਜੇ ਨੰਬਰ ਵਾਲਾ ਪਹਿਲਾਂ ਆਊਗਾ, ਪਹਿਲੇ ਵਾਲਾ ਦੂਜੇ ਨੰਬਰ 'ਤੇ, ਜਿਹੜਾ ਤੀਜੇ 'ਤੇ ਉਹ ਤੀਜੇ 'ਤੇ ਹੀ ਆਏਗਾ ਸ਼ਬਦਕੋਸ਼ ਅਨੁਸਾਰ ਹੀ। ਤਾਂ ਆਪਾਂ ਕਿਹੜਾ ਪਤਾ ਕਰਨਾ ਸੀ, ਤੀਜੇ 'ਤੇ। ਤਾਂ ਆਪਣੇ ਕੋਲ ਜਿਹੜਾ ਤੀਜੇ ਸਥਾਨ 'ਤੇ ਆ ਉਹ ਤੀਜੇ 'ਤੇ ਉਹੀ ਆਏਗਾ, ਇਹ ਤੀਜੇ ਸਥਾਨ ਵਾਲਾ ਹੀ ਤੀਜੇ ਸਥਾਨ 'ਤੇ ਆਏਗਾ, ਤੀਜੀ ਆਪਸ਼ਨ ਹੀ ਆਏਗੀ। ਅਗਲਾ ਦਿੱਤੇ ਗਏ ਸ਼ਬਦਾਂ ਦੇ ਅੱਖਰਾਂ ਤੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਹੀਂ ਬਣਾਇਆ ਜਾ ਸਕਦਾ। ਇਹ ਆਪਾਂ ਕੀਤਾ ਵੀ ਜੇ ਜਿੰਨੀਆਂ ਆਪਸ਼ਨਾਂ ਆਪਾਂ ਨੂੰ ਦਿੱਤੀਆਂ ਨੇ ਸਾਰੀਆਂ ਇਹਨਾਂ ਦੇ ਵਿੱਚ ਜਿੰਨੇ ਇਹਦੇ ਵਿੱਚ ਵਰਡ ਦਿੱਤੇ ਨੇ, ਜੇ ਉਹ ਵਰਡ ਜਿਹੜੀ ਆਪਾਂ ਨੂੰ ਗਿਵਨ ਵਰਡ ਦਿੱਤਾ ਉਹਦੇ ਵਿੱਚ ਹੈਗੇ ਨੇ ਤਾਂ ਬਣਾਇਆ ਜਾ ਸਕਦਾ, ਜੇ ਨਹੀਂ ਹੈਗੇ ਤਾਂ ਬਣਾਇਆ ਨਹੀਂ ਜਾ ਸਕਦਾ। ਜਿਵੇਂ ਪਹਿਲੀ ਆਪਸ਼ਨ ਦੇ ਵਿੱਚ ਦੇਖੋ, ਪਹਿਲੀ ਆਪਸ਼ਨ ਦੇ ਵਿੱਚ ਦੇਖੋ ਬੇਟਾ SUCTION ਇਹ ਸਾਰੇ ਕੰਸਟਰਕਸ਼ਨ ਜਿਹੜਾ ਵਰਡ ਆਪਾਂ ਨੂੰ ਦਿੱਤਾ ਉਹਦੇ ਵਿੱਚ ਹੈਗੇ ਨੇ ਤਾਂ ਇਹ ਬਣਾਇਆ ਜਾ ਸਕਦਾ। ਅਗਲੀ ਆਪਸ਼ਨ COINS ਇਹ ਵੀ ਸਾਰੇ ਹੈਗੇ ਨੇ, ਇਹ ਵੀ ਬਣਾਇਆ ਜਾ ਸਕਦਾ। ਤੀਜੀ ਆਪਸ਼ਨ CAUTION C ਤਾਂ ਹੈਗੀ ਆ, ਇਹ ਹੈਗਾ, ਇਹਦੇ ਵਿੱਚ ਕਿਤੇ ਵੀ ਇਹ ਨਹੀਂ ਹੈਗਾ ਤਾਂ ਇਹ ਸ਼ਬਦ ਆ ਜਿਹੜਾ ਉਹ ਨਹੀਂ ਬਣਾਇਆ ਜਾ ਸਕਦਾ। ਅਗਲਾ ਕੁਐਸਚਨ ਪ੍ਰਿੰਸੀਪਲ, ਇਹਦੇ ਵਿੱਚੋਂ ਦੇਖਦੇ ਹਾਂ ਕਿਹੜਾ ਕਿਹੜਾ ਪਹਿਲੀ ਬਣਾਇਆ ਜਾ ਸਕਦਾ ਵੀ। ਹਾਂ ਬਣਾਇਆ ਜਾ ਸਕਦਾ ਕਿਉਂਕਿ A ਵੀ ਹੈਗਾ, P ਵੀ ਹੈਗਾ, I ਵੀ ਹੈਗਾ, L ਵੀ ਹੈਗਾ। ਦੂਜਾ CIPLA ਇਹ ਵੀ ਸਾਰੇ ਵਰਡ ਗਿਵਨ ਦੇ ਵਿੱਚ ਇਹਦੇ ਵਿੱਚ ਹੈਗੇ ਨੇ, ਇਹ ਵੀ ਬਣਾਇਆ ਜਾ ਸਕਦਾ। ਅੱਗੇ ਪਲੇਨ ਲਈ ਦੇਖਦੇ ਹਾਂ, P ਹੈਗਾ ਬੇਟਾ, L ਵੀ ਹੈਗਾ, A ਵੀ ਹੈਗਾ, N ਵੀ ਹੈਗਾ, E ਹੈਗਾ, E
ਲਾਸਟ ਵਰਡ ਇਹਦਾ ਈ ਹੈ। ਈ ਆ ਜਿਹੜਾ ਉਹ ਪ੍ਰਿੰਸੀਪਲ ਦੇ ਵਿੱਚ ਨਹੀਂ ਹੈ, ਤਾਂ ਇਹ ਸ਼ਬਦ ਆ ਜਿਹੜਾ ਉਹ ਨਹੀਂ ਬਣਾਇਆ ਜਾ ਸਕਦਾ। ਇਹਦੇ ਲਈ ਸਹੀ ਆਪਸ਼ਨ ਤੀਜੀ ਆਏਗੀ। ਅਗਲਾ 110 ਨੰਬਰ, ਨਿਮਨ ਲੜੀ ਵਿੱਚ 5 ਕਿੰਨੇ ਥਾਵਾਂ 'ਤੇ ਸਥਿਤ ਹੈ ਜਿਸ ਵਿੱਚ ਅੰਕ 5 ਤੋਂ ਪਹਿਲਾਂ 7 ਆਉਂਦਾ ਹੋਵੇ ਅਤੇ ਬਾਅਦ ਦੇ ਵਿੱਚ 6 ਆਉਂਦਾ। ਆਪਾਂ ਉਹ 5 ਗਿਣਨਾ ਜਿਹਦੇ ਪਹਿਲਾਂ 7 ਆਉਂਦਾ ਅਤੇ ਬਾਅਦ 'ਚ 6 ਆਉਂਦਾ। ਦੇਖੋ ਸਿੱਧਾ ਸਿੰਪਲ ਹੀ ਹੈ। ਪਹਿਲਾਂ ਤਾਂ ਇਹ ਦੇਖੋ, ਇਹਦੇ ਵਿੱਚ ਪਹਿਲਾਂ 7 ਆਉਂਦਾ ਬਾਅਦ 'ਚ 6 ਆਉਂਦਾ, ਇੱਕ ਤਾਂ ਇਹ ਹੋ ਜਾਊਗਾ। ਉਦੋਂ ਅੱਗੇ ਇਹ 5 ਨਹੀਂ ਆਊਗਾ ਕਿਉਂਕਿ ਇਹਦੇ ਪਹਿਲਾਂ ਤਾਂ 4 ਆਉਂਦਾ ਬਾਅਦ 'ਚ 7 ਆਉਂਦਾ। ਆਪਾਂ ਨੂੰ ਪਹਿਲਾਂ 7 ਚਾਹੀਦਾ ਬਾਅਦ 6। ਅੱਗੇ ਇਹ ਵੀ ਨਹੀਂ ਆਊਗਾ ਕਿਉਂਕਿ ਪਹਿਲਾਂ 4 ਆਉਂਦਾ, ਇਹਦੇ ਵਿੱਚ ਬਾਅਦ 'ਚ 9 ਆਉਂਦਾ, ਇਹ ਵੀ ਕੈਂਸਲ। ਤਾਂ ਦੂਜੀ ਆਪਸ਼ਨ ਆਪਣੇ ਕੋਲ ਇਹ ਆ ਗਈ ਕਿਉਂਕਿ ਇਹਦੇ ਵਿੱਚ ਪਹਿਲਾਂ 7 ਆਉਂਦਾ ਬਾਅਦ 'ਚ 6 ਆਉਂਦਾ, ਇਹ ਚਾਹੀਦਾ ਆਪਾਂ ਨੂੰ। ਇਹ ਵੀ ਨਹੀਂ ਆਊਗਾ ਕਿਉਂਕਿ ਇਹਦੇ ਵਿੱਚ ਪਹਿਲਾਂ 2 ਆਉਂਦਾ ਬਾਅਦ 'ਚ 6 ਆਉਂਦਾ। ਤਾਂ ਆਪਣੇ ਕੋਲ ਕਿੰਨੇ ਵਾਰੀ ਆ ਗਿਆ ਵੀ, ਕਿੰਨੇ 5 ਆ ਗਏ ਜਿਹਦੇ ਵਿੱਚ ਪਹਿਲਾਂ 7 ਆਉਂਦਾ ਬਾਅਦ 6 ਆਉਂਦਾ। 2 ਆ ਗਏ ਨਾ, ਇੱਕ ਇਹ ਹੋ ਗਿਆ, ਇੱਕ ਇਹ ਹੋ ਗਿਆ, 2 ਹੋ ਗਏ। ਤਾਂ 2 ਆਪਸ਼ਨ ਇਹਦੇ ਲਈ ਸਹੀ ਹੋਏਗੀ। ਅਗਲਾ ਕੁਐਸਚਨ, ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਭਰਨੀ ਆਪਾਂ ਵੀ ਇੱਥੇ ਕੀ ਆਏਗਾ। ਤਾਂ ਆਪਾਂ ਦੇਖਦੇ ਹਾਂ ਵੀ ਕਿਵੇਂ ਬਣਿਆ। ਦੇਖੋ ਇੱਕ ਡਾਇਗਰਾਮ ਜੀ ਬਣੀ ਹੈ, ਇਹਨਾਂ ਦੋਵਾਂ ਨੂੰ ਮਿਲਾ ਕੇ ਵਿਚਕਾਰਲਾ ਇਹ ਵਾਲਾ ਬਣਿਆ ਹੋਇਆ। ਦੇਖਦੇ ਹਾਂ ਕਿਵੇਂ ਬਣਿਆ। ਸਕੇਅਰ ਕੀ ਕਰਕੇ ਇਹਨਾਂ ਨੂੰ ਜੋੜਿਆ ਹੋਇਆ ਮਤਲਬ, ਠੀਕ ਹੈ ਬੇਟਾ। ਮੈਂ ਜਿਵੇਂ ਲਿਖਦਾ 5 ਦਾ ਸਕੇਅਰ ਕਰ ਲਓ, ਇਹਦਾ 5 ਦਾ ਸਕੇਅਰ ਕੀਤਾ ਕਿੰਨਾ ਆ ਜਾਏਗਾ 25। 2 ਦਾ ਸਕੇਅਰ ਕੀਤਾ ਕਿੰਨਾ ਆ ਜਾਏਗਾ 4। 25 ਅਤੇ 4 ਜੋੜ ਕੇ ਕਿੰਨਾ ਬਣ ਜਾਏਗਾ ਬੇਟਾ 29 ਬਣ ਗਿਆ ਨਾ। 29 ਵਿਚਕਾਰਲਾ। ਅਸੀਂ ਦੂਜੇ ਲਈ ਕੀਤਾ ਹੋਇਆ, ਦੂਜੇ ਲਈ ਵੀ ਅਸੀਂ ਕੀਤਾ 4 ਦਾ ਸਕੇਅਰ 16, 3 ਦਾ ਸਕੇਅਰ 9, 16 ਅਤੇ 9 25 ਬਣ ਜੂਗਾ। ਅਸੀਂ ਆਪਾਂ ਜਿਹੜਾ ਆਪਾਂ ਪਤਾ ਕਰਨਾ ਉਵੇਂ ਹੱਲ ਕਰਾਂਗੇ। 6 ਦਾ ਸਕੇਅਰ 36, 1 ਦਾ ਸਕੇਅਰ 1, 36 ਅਤੇ 1 37 ਇਹਦੇ ਲਈ ਸਹੀ ਉੱਤਰ ਆਏਗਾ। 37 ਆਏਗਾ ਇੱਥੇ, ਠੀਕ ਹੈ ਬੇਟਾ। 37 ਦੇਖੋ ਆਪਸ਼ਨਾਂ 'ਚ ਹੈਗਾ ਚੌਥੀ ਆਪਸ਼ਨ 37 ਹੈ, ਅਤੇ 37 ਇਹਦੇ ਲਈ ਸਹੀ ਉੱਤਰ ਆਏਗਾ। ਅਗਲਾ ਕੁਐਸਚਨ, ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਦੋਂ ਤੁਹਾਡੇ ਕੋਲ ਇੰਗਲਿਸ਼ ਅਲਫਾਬੈਟ ਨਾਲ ਦਾ ਕੁਐਸਚਨ ਆਉਂਦਾ ਤਾਂ ਉਦੋਂ ਤੁਸੀਂ ਕਿਵੇਂ ਕਰਨਾ। ਉਦੋਂ ਬੇਟਾ ਤੁਸੀਂ ਇੰਗਲਿਸ਼ ਅਲਫਾਬੈਟ ਸਾਰੀ ਲਿਖ ਕੇ ਰੱਖ ਲੈਣੀ ਹੈ। ਜਦੋਂ ਤੁਸੀਂ ਲਿਖ ਲਓਗੇ ਤਾਂ ਤੁਹਾਨੂੰ ਬਹੁਤ ਕੁਐਸਚਨਾਂ ਦੇ ਆਨਸਰ ਆ ਜਿਹੜੇ ਉਹ ਮਿਲਣਗੇ, ਠੀਕ ਹੈ। ਜਿਵੇਂ ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਅਲਫਾਬੈਟ ਤੋਂ ਹੀ ਕੁਐਸਚਨ ਮਿਲੂਗਾ। ਜਿਹੜੇ ਇਹਦੇ ਵਿੱਚ ਸਾਹਮਣੇ ਲਿਖੇ ਹੋਏ ਨਾ ਜਿਵੇਂ ਡੀ ਦੇ ਸਾਹਮਣੇ 4 ਹੈ, ਡੀ ਦੇ ਸਾਹਮਣੇ 4 ਆ, ਮਤਲਬ ਡੀ ਆ ਜਿਹੜਾ ਇੰਗਲਿਸ਼ ਅਲਫਾਬੈਟ ਦੇ ਵਿੱਚ ਚੌਥੇ ਸਥਾਨ 'ਤੇ ਆਉਂਦਾ ਹੈ, ਠੀਕ ਹੈ। ਐਵੇਂ ਈ 5ਵੇਂ ਸਥਾਨ 'ਤੇ ਆਉਂਦਾ, ਆਰ 18ਵੇਂ 'ਤੇ ਆਉਂਦਾ, ਠੀਕ ਹੈ। ਆਪਾਂ ਕੇ ਦੱਸਣਾ, ਕੇ ਕਿੰਨਵੇਂ 'ਤੇ ਆਊਗਾ 11ਵੇਂ 'ਤੇ ਆਊਗਾ। ਤਾਂ ਇਹਦੇ ਲਈ ਚੌਥੀ ਆਪਸ਼ਨ ਸਹੀ ਹੋਏਗੀ। ਅਗਲਾ ਕੁਐਸਚਨ 113, 1 9 80 2 7 45 3 5 ਕੁਐਸਚਨ ਮਾਰਕ 'ਤੇ ਆਪਾਂ ਦੱਸਣਾ ਵੀ ਕੀ ਆਏਗਾ। ਕੀ ਕੀਤਾ ਹੋਇਆ ਇਹਨਾਂ ਨੂੰ, ਜਿਹੜੇ 2 ਅੰਕ ਨੇ ਇਹਨਾਂ ਤੋਂ ਆ ਤੀਜਾ ਅੰਕ ਬਣਿਆ। ਪਹਿਲਾਂ ਬੇਟਾ ਇਹਨਾਂ ਦਾ ਜੋੜ ਕੀਤਾ ਹੋਇਆ, ਫਿਰ ਇਹਨਾਂ ਦੀ ਘਟਾ ਕੀਤੀ ਹੋਈ ਹੈ, ਦੋਵਾਂ ਨੂੰ ਕੀ ਕੀਤਾ ਗੁਣਾ ਕੀਤਾ ਹੋਇਆ, ਠੀਕ ਹੈ। ਸਿੰਪਲ ਇਹ ਕੀਤਾ ਹੋਇਆ, ਮਤਲਬ ਪਹਿਲਾਂ ਜੋੜ ਫਿਰ ਘਟਾ ਦੋਵਾਂ ਦੀ ਗੁਣਾ, ਮਤਲਬ 80 ਬਣ ਗਿਆ। 9 ਅਤੇ 1 10, ਘਟਾ ਕੀਤੀ 8, 10 8 80। ਅਸੀਂ ਦੂਜੇ ਲਈ ਚੈੱਕ ਕਰੋ, 7 ਅਤੇ 2 9, ਦੋਵਾਂ ਦੀ ਘਟਾ ਕੀਤੀ 5, 9 5 45 ਬਣ ਗਿਆ। ਅਸੀਂ ਆਪਾਂ ਇਹਦੇ ਲਈ ਕਰਾਂਗੇ 5 ਅਤੇ 3 8, 5 ਅਤੇ 3 ਕਿੰਨੇ ਹੋ ਜਾਣਗੇ ਬੇਟਾ 8। ਇਹਨਾਂ ਦੀ ਦੋਵਾਂ ਦੀ ਘਟਾ ਕਰਾਂਗੇ ਕਿੰਨਾ ਬਣ ਜਾਏਗਾ 2, 8 ਦੂਣੀ 16। ਤਾਂ ਇਹਦੇ ਲਈ 16 ਉੱਤਰ ਆ ਜਿਹੜਾ ਉਹ ਸਹੀ ਆਏਗਾ। ਅਗਲਾ 114ਵਾਂ ਕੁਐਸਚਨ, ਦੇਖੋ ਦੇਖ ਕੇ ਪਤਾ ਲੱਗਾ ਕੁਐਸਚਨ ਮਾਰਕ ਦੀ ਜਗ੍ਹਾ 'ਤੇ ਆਪਾਂ ਦੱਸਣਾ ਵੀ ਕੀ ਆਏਗਾ। ਦੇਖ ਕੇ ਪਤਾ ਲੱਗ ਜਾਂਦਾ ਵੀ ਗਲਤ ਇਹਨੂੰ ਕਿਸੇ ਨਾ ਕਿਸੇ ਨਾਲ ਗੁਣਾ ਕੀਤਾ ਹੋਇਆ। ਜਦੋਂ ਆਪਾਂ ਐਵੇਂ ਨੀਚੇ ਵੱਲ ਨੂੰ ਜਾਂਦੇ ਹਾਂ ਗੁਣਾ ਕੀਤੇ ਹੋਏ ਨੇ, ਇਹਨੂੰ 5 ਨਾਲ ਗੁਣਾ ਕੀਤਾ, ਅੱਗੇ ਵੀ 5 ਨਾਲ, ਅੱਗੇ ਵੀ 5 ਨਾਲ। 1 5 5 5 5 25, 25 5 125। ਆ ਥਰਡ ਵਾਲੀ ਦੇਖਦੇ ਹਾਂ, 7 ਦੂਣੀ 14, ਠੀਕ ਹੈ। ਇੱਥੇ ਵੀ 2 ਨਾਲ, ਇੱਥੇ ਵੀ 2 ਨਾਲ, 2 2 ਨਾਲ ਕੀਤਾ, 7 ਦੂਣੀ 14, 14 ਦੂਣੀ 28, 28 ਦੂਣੀ 56। ਮਤਲਬ ਕਿਸੇ ਇੱਕ ਅੰਕ ਨਾਲ ਹੀ ਸਾਰਿਆਂ ਨੂੰ ਗੁਣਾ ਕੀਤਾ, ਜਿਹੜਾ ਪਹਿਲੇ 'ਤੇ ਕੀਤਾ ਉਹੀ ਲਾਸਟ ਤੱਕ ਕੀਤਾ ਹੋਇਆ। ਐਵੇਂ ਆਪਾਂ ਇੱਥੇ ਦੇਖਦੇ ਹਾਂ 3 ਚੌਕੇ 12, ਤਾਂ 12 ਚੌਕਾ ਕੀ ਆਏਗਾ ਬੇਟਾ ਇੱਥੇ ਕੀ ਆਏਗਾ 48, 48 ਚੌਕਾ 192 ਹੁੰਦੇ ਨੇ। ਤਾਂ ਇਹਦੇ ਲਈ ਸਹੀ ਉੱਤਰ ਕੀ ਆਏਗਾ 48 ਆਏਗਾ। ਅਗਲਾ ਕੁਐਸਚਨ ਕੀ ਕੀਤਾ ਹੋਇਆ, ਇਹਨਾਂ 2 ਅੰਕਾਂ ਤੋਂ ਇਹ ਵਿਚਕਾਰਲੀ ਬਣਾਈ ਹੋਈ ਹੈ।
किवें बनाई हुई है देखो बेटा, 11 चों 8 कटे कितना बन जूगा 3, अगे 3 की कीती हुई है क्यूब, मतलब 3 का घन किया हुआ है, 30 9 27। ठीक है बेटा, अगे आप जिमें इन्हों लिए देख लो, 7 ते 3 चो घटाए 7 चो 3 घटाए 4, 4 की अगे की है क्यूब, चौकी चौकी 16 चौका 64। एवं इन्हों लिए 5 चो 4 घटाए 1, 1 की क्यूब की 1। एवं आप जोड़ा आप पता करना ये करा की करा, 8 तो 2 कढ़ाई 6, 8 चों 2 घटावे कितना आ जाएगा बेटा 6, 6 की क्यूब कर देंगे, 6 की 36, 36 का 216, ये लिए सही उत्तर आएगा। अगला 116वां क्वेश्चन, ये बाकी लगभग सारे बच्चों को पता लग ही गया होना भी की उत्तर है। सिंपल गुणा की हुई है, देखो 12 5 60, 15 चौका 60, 34 42, 87 का 42। अं आप ये कर देंगे 26 थी 78, 13 छिका 78, तो ये 78 आ जोड़ा सही उत्तर आएगा। अगला क्वेश्चन ये भी जमा सिंपल है, बहुत बच्चे ने कर लिया होना। 5 दूनी 10, 7 दूनी 14। ठीक है, सामने वाले गुणा, सामने वाला जोड़ा किमें बनया होया वो 2 नाल गुणा करके बनया, जिमें इत्थे मैं करके दिखाना हूँ। 5 दूनी 10, एवं 7 दूनी 14 तो 9 दूनी कितना हो जाऊगा 18, 18 ये लिए सही उत्तर आएगा। अगला क्वेश्चन, जिहड़ियां 4 संख्यावां दित्तियां तुहानूं दिस रही ने, उन्हां तो विचकारला अंका बनाया होया, उपरले नूं अड्ड गुणा कर दो, साइड वाइज वाले नूं अड्ड गुणा करके घटाओ। जिमें कितना बनूगा, उपरले तो नीचले की गुणा कितनी बन जाएगी 48, साइड वालों की गुणा कितनी बन जाएगी 12, 48 चो 12 घटाए बेटा कितने बन जाएंगे 36 बन जाएंगे, 36 बन गए ना। ठीक है, अं दूजे लिए बनूगा 7 ते 6, 7 8 56, 5 दूनी 10, 10 घटाए 56 चो 46। अं इन्हों लिए 10 7 70, 6 चौका 24, 70 चो 24 घटाए 46, 46 ये लिए सही उत्तर आएगा। एक 119वां क्वेश्चन देखो, जेकर किसी कोड विच फिश FISH नूं EHRG लिखा जाता है, उसे कोड विच जंगल नूं किवें लिखा जाएगा। पहला आप इनू समझते हैं भी किवें लिखा गया, फिर आप जंगल लिख लांगे। ठीक है बेटा, किवें लिखा हुआ है, इंग्लिश अल्फाबेट लिखोगे तो तुहानूं बहुत जल्दी पता लग जाना भी इनू किवें लिखा गया। किवें लिखा गया, ये तो पहला वाला अखर लिखा गया इंग्लिश अल्फाबेट, मतलब F तो पहला की आउंदा E, I तो पहला की आउंदा H, S तो पहला की आउंदा R, H तो पहला की आउंदा G। ठीक है बेटा, उमें आपां इहदे ते ला दांगे। ठीक है, जे वाले ते, जे तो पहला की आउंदा I, U तो पहला की आउंदा बेटा T। ठीक है, N तो पहला M आउंदा, ITM किहड़े ज है पहले जी है, तो ये पहली ऑप्शन सही आ जू। बाकी 3 अखर भी यहीं बन जाएंगे, तो ये पहली ऑप्शन सही है। अगला कॉमन COMMON नूं DQPQTT लिखा जाता है किसी कोड विच, तो उस कोड विच प्रॉपर नूं किवें लिखा जाएगा। ठीक है, किवें लिखा गया बेटा, देखो C नूं की लिखता D, O नूं लिखता Q, M नूं लिखता P, M नूं लिखता Q, O नूं लिखता T ते N नूं लिखता T। देखो पहले लिए तो इन्होंने कोई अख नहीं छड्डिया, मतलब अगला अखर ही लिखता C D। अगले लिए कीता O P छड्डती Q लिखता, अगले लिए N O छड्डते P लिखता, उदों अगले लिए N O P छड्डते Q लिखता, मतलब अगे अगे पहले लिए एक भी नहीं छड्डिया, उदों अगे एक छड्डता, फिर 2 छड्ड के लिखता, फिर 3 छड्ड के लिखता, फिर 4 छड्ड के लिखता, एंड ते 5 छड्ड के लिखता। मतलब N तो बाद 5 अखर छड्ड के T लिखता, N तो बाद 5 अखर O P Q R S तक छड्डते। ठीक है, अं आप फिर ये भी यहीं लिखांगे, पहला आप की लिखांगे, अगला ही लिखना P तो बाद किहड़ा आउंदा Q, उदों बाद R एक छड्ड के लिखना, S छड्ड दो की लिखा जाऊगा T। ठीक है, उदों बाद 2 छड्डने O P Q छड्ड दो की लिखा जाऊगा R। उदों बाद आप कितने छड्डने 3, P लिए 3 छड्डने Q R S की आऊगा T।
ਤਾਂ ਕਿਹੜਾ ਆਉਂਦੀ ਹੈ? ਪਹਿਲੀ ਆਪਸ਼ਨ ਹੀ ਹੈ ਨਾ ਇਹ, ਬਾਕੀ ਆਪ ਹੀ ਮਿਲ ਜਾਣਗੇ। QTRTVX ਵਾਲੀ ਇਹਦੀ ਆਪਸ਼ਨ ਸਹੀ ਹੋਏਗੀ। ਠੀਕ ਹੈ ਬੇਟਾ। ਅਗਲਾ, ਜੇਕਰ ਕਿਸੇ ਕੋਡ ਵਿੱਚ ACELDNRA ਨੂੰ ਕੈਲੰਡਰ ਲਿਖਿਆ ਜਾਂਦਾ ਹੈ ਤਾਂ ਉਸੇ ਕੋਡ ਵਿੱਚ LEGIVLE ਨੂੰ ਕਿਵੇਂ ਲਿਖਿਆ ਜਾਵੇਗਾ? ਜੇ ਆਪਾਂ ਇਹਨੂੰ ਸਮਝ ਗਏ ਵੀ ਕਿਵੇਂ ਲਿਖਿਆ ਤਾਂ ਆਪਾਂ ਇਹਨੂੰ ਵੀ ਲਿਖ ਲਾਂਗੇ। ACELDNRA ਨੂੰ CALENDER ਲਿਖਿਆ ਹੋਇਆ। ਦੇਖੋ ਅੱਖਰਾਂ ਦੇ ਸਥਾਨ ਬਦਲੇ ਹੋਇਆ। AC ਨੂੰ ਕੀ ਲਿਖਤਾ? CA, ਅੱਗੇ EL ਨੂੰ LE ਲਿਖਤਾ, DN ਨੂੰ ND ਲਿਖਤਾ, RA ਨੂੰ AR ਲਿਖਤਾ। ਮਤਲਬ ਦੋ ਦੋ ਕਰਕੇ ਉਹਨਾਂ ਦੇ ਸਥਾਨ ਬਦਲਤੇ। ਪਹਿਲੇ ਨੂੰ ਦੂਜਾ ਲਿਖਤਾ, ਦੂਜੇ ਨੂੰ ਪਹਿਲਾ ਲਿਖਤਾ। ਸਿੰਪਲ, ਦੋ ਵਰਡ ਲਏ, ਉਹਨਾਂ ਦੇ ਸਥਾਨ ਬਦਲਤੇ। ਸਿੰਪਲ ਕੰਮ ਕੀਤਾ ਹੋਇਆ। ਉਵੇਂ ਆਪਾਂ ਇਹਦੇ ਲਈ ਕਰ ਦਾਂਗੇ, ਪਰ ਇਹਦੇ ਲਈ ਇੱਕ ਦਿੱਕਤ ਹੈ। ਦੇਖੋ ਜਿਹੜਾ ਆਪਾਂ ਨੂੰ ਇਹ ਦਿੱਤਾ ਹੋਇਆ, ਇਹਦੇ ਕਿੰਨੇ ਅੱਖਰ ਨੇ ਬੇਟਾ? ਦੇਖੋ 7, ਪਰ ਜਿਹੜੀਆਂ ਆਪਸ਼ਨਾਂ ਜ਼ਿਆਦਾਤਰ ਆਪਸ਼ਨਾਂ ਆਪਾਂ ਨੂੰ ਦਿੱਤੀਆਂ ਉਹ 8 ਅੱਖਰਾਂ ਦੀਆਂ ਦਿੱਤੀਆਂ ਹੋਈਆਂ। ਇਹ ਇਕੱਲੀ 7 ਦੀ ਦਿੱਤੀ ਆ, ਪਰ ਇਹ ਇਹਦੇ ਨਾਲ ਹੀ ਮਿਲਦੀ ਹੈ। ਠੀਕ ਹੈ, ਤਾਂ ਇਹ ਹੈ ਜਿਹੜਾ ਕੁਐਸਚਨ ਗਲਤ ਦਿੱਤਾ ਹੋਇਆ, ਥੋੜ੍ਹੀ ਜਿਹੀ ਇਹਦੇ ਵਿੱਚ ਪ੍ਰੋਬਲਮ ਆ। ਜੇਕਰ ਕੋਈ ਕੁਐਸਚਨ ਤੁਹਾਨੂੰ ਰੀਜਨਿੰਗ ਦਾ ਗਲਤ ਆਉਂਦਾ ਨਾ, ਉਹਦੇ ਲਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਹਾਨੂੰ ਨੰਬਰ ਉਹਦੇ ਪੱਕਾ ਮਿਲਣਗੇ। ਠੀਕ ਹੈ ਬੇਟਾ। ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। 122ਵਾਂ ਕੁਐਸਚਨ, ਐਡ ਨੂੰ 3 ਲਿਖਿਆ ਹੋਇਆ ਤਾਂ CIM ਨੂੰ ਕਿਵੇਂ ਲਿਖੇ? ਜੇਕਰ ADD ਬਰਾਬਰ 3 ਤਾਂ CIM ਬਰਾਬਰ ਕਿਸ ਦੇ ਹੋਏਗਾ? ਮਤਲਬ ਇਹ ਮੈਂ ਤੁਹਾਨੂੰ ਕਿਹਾ ਵੀ ਇੰਗਲਿਸ਼ ਅਲਫਾਬੈਟ ਲਿਖ ਕੇ ਰੱਖੋ, ਤਾਂ ਆਪਾਂ ਮੈਂ ਇੱਥੇ ਤੁਹਾਨੂੰ ਸਮਝਾਉਣਾ ਜਿਵੇਂ ਇਹ ਕਿਵੇਂ ਹੋਊਗਾ। ਇਹ ਕਿੰਨਵੇਂ ਅੰਕ 'ਤੇ ਆਉਂਦਾ ਵੀ? 4, 1 'ਤੇ, D ਚੌਥੇ 'ਤੇ, ਫਿਰ D ਚੌਥੇ 'ਤੇ। ਕਿੰਨੇ ਹੋ ਗਏ ਟੋਟਲ? ਇਹ 9। ਹੁਣ ਜੇ ਆਪਾਂ 9 ਦਾ ਵਰਗਮੂਲ ਕਰ ਦਾਂਗੇ ਤਾਂ ਕਿੰਨਾ ਆ ਜਾਊਗਾ? 3 ਆ ਜਾਏਗਾ। ਠੀਕ ਹੈ, ਕਲੀਅਰ ਹੈ। ਉਵੇਂ ਆਪਾਂ ਇਹਦੇ ਅੱਖਰਾਂ ਦਾ ਜੋੜ ਕਰਦੇ ਹਾਂ। ਪਹਿਲਾਂ C ਕਿੰਨੇ 'ਤੇ ਆਉਂਦਾ? 3 'ਤੇ। I ਕਿੰਨੇ 'ਤੇ ਆਉਂਦਾ? 9 'ਤੇ। ਅਤੇ M ਕਿੰਨੇਵੇਂ ਅੰਕ 'ਤੇ ਆਉਂਦਾ ਵੀ? 13 'ਤੇ। 9 ਅਤੇ 3 12 ਅਤੇ 13 25। ਇਹਨਾਂ ਦਾ ਜੋੜ 25 ਬਣ ਜੂਗਾ। ਕੀ 25 ਦਾ ਵਰਗਮੂਲ ਕਿੰਨਾ ਆਉਂਦਾ? 5। ਤਾਂ ਇਹਦੇ ਲਈ ਫਿਰ 5 ਸਹੀ ਉੱਤਰ ਆਏਗਾ। ਅਗਲਾ ਕੁਐਸਚਨ, ਰੂਟ ਜੇਕਰ ਰੂਟ ਬਰਾਬਰ 68 ਤਾਂ ਸਟੈਮ ਬਰਾਬਰ। ਠੀਕ ਹੈ, ਇਹ ਵੀ ਸਿਰਫ ਅੰਕਾਂ ਦੇ ਸਥਾਨ ਦੇਖੋ ਇਹਨਾਂ ਦੇ ਲਈ ਕੀ ਨੇ। ਰੂਟ ਆ ਜਿਹੜਾ ਉਹ R ਹੈ, ਉਹ ਇੰਗਲਿਸ਼ ਅਲਫਾਬੈਟ ਦੇ ਵਿੱਚ 18ਵੇਂ ਸਥਾਨ 'ਤੇ ਆਉਂਦਾ। ਠੀਕ ਹੈ, ਜਦੋਂ ਆਪਾਂ ਇੰਗਲਿਸ਼ ਅਲਫਾਬੈਟ ਤੁਸੀਂ ਲਿਖ ਕੇ ਦੇਖੋਗੇ ਨਾ, ਜਿਹੜੇ R ਹੈ ਉਹ 18ਵੇਂ 'ਤੇ ਆਉਂਦਾ, ਜਿਹੜਾ O ਹੈ ਉਹ 15ਵੇਂ 'ਤੇ ਆਉਂਦਾ। 2 ਵਾਰੀ O ਆ ਗਿਆ ਤਾਂ 2 ਵਾਰੀ 15 ਲਿਖ ਦੂੰ ਮੈਂ। ਜਿਹੜਾ T ਹੈ ਉਹ 20ਵੇਂ ਸਥਾਨ 'ਤੇ ਆਉਂਦਾ। ਇਹਨਾਂ ਦਾ ਜਦ ਤੁਸੀਂ ਜੋੜ ਕਰੋਗੇ ਨਾ ਤੁਹਾਡੇ ਕੋਲ ਬਣ ਜਾਏਗਾ 68। ਠੀਕ ਹੈ, ਮਤਲਬ ਜਿਹੜੇ ਵਰਡ ਤੁਹਾਨੂੰ ਇੱਥੇ ਦਿੱਤੇ ਹੋਏ ਨੇ, ਜੇ ਉਹਨਾਂ ਦਾ ਤੁਸੀਂ ਅੰਕਾਂ ਦੇ ਸਥਾਨ ਆ ਜਿਹੜੇ ਉਹਨਾਂ ਦਾ ਜੋੜ ਕਰੋਗੇ ਤਾਂ 68 ਬਣ ਜਾਏਗਾ। ਐਵੇਂ ਆਪਾਂ ਸਟੈਮ ਲਈ ਕਰ ਦਾਂਗੇ। ਫਿਰ S ਆ ਜਿਹੜਾ ਉਹ 19ਵੇਂ ਨੰਬਰ 'ਤੇ ਆਉਂਦਾ। S 19ਵੇਂ ਨੰਬਰ 'ਤੇ ਆਉਂਦਾ। T ਆ ਜਿਹੜਾ ਉਹ 20ਵੇਂ ਨੰਬਰ 'ਤੇ ਆਉਂਦਾ, ਅਤੇ E ਆ 5ਵੇਂ 'ਤੇ ਆਉਂਦਾ। ਠੀਕ ਹੈ ਬੇਟਾ। M ਆ ਜਿਹੜਾ ਉਹ 13ਵੇਂ 'ਤੇ ਆਉਂਦਾ। ਇਹਨਾਂ ਦਾ ਜੋੜ ਕਰ ਦਿਓ। 13 ਅਤੇ 5 18, 18 ਅਤੇ 20 38, 38 ਅਤੇ 19 57। ਠੀਕ ਹੈ, ਤਾਂ ਇਹਦੇ ਲਈ ਸਹੀ ਆਪਸ਼ਨ ਕੀ ਆਏਗੀ? 57 ਆਏਗੀ। ਅਗਲਾ ਕੁਐਸਚਨ, ਜੇਕਰ ਕਿਸੇ ਕੋਡ ਭਾਸ਼ਾ ਵਿੱਚ GEAR ਨੂੰ 5914 ਲਿਖਿਆ ਜਾਂਦਾ ਹੈ ਅਤੇ ਰੂਟ ROUTE ਨੂੰ 472 ਲਿਖਿਆ ਜਾਂਦਾ ਹੈ ਤਾਂ ਉਸੇ ਭਾਸ਼ਾ ਵਿੱਚ ਗੇਟ ਨੂੰ ਕਿਵੇਂ ਲਿਖਿਆ ਜਾਏਗਾ? ਦੇਖੋ ਜੇ ਆਪਾਂ ਇਹਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਅੰਕਾਂ ਦਾ ਸਥਾਨ ਦੇਖ ਲਈਏ ਤਾਂ ਇਹ ਬਣਦਾ ਨਹੀਂ। ਮਤਲਬ G ਆ ਜਿਹੜਾ 5ਵੇਂ ਨੰਬਰ 'ਤੇ ਨਹੀਂ ਆਉਂਦਾ, E 9ਵੇਂ 'ਤੇ ਨਹੀਂ ਆਉਂਦਾ। ਠੀਕ ਹੈ, A ਭਾਵੇਂ 1ਵੇਂ 'ਤੇ ਆਉਂਦਾ, R ਚੌਥੇ 'ਤੇ ਨਹੀਂ ਆਉਂਦਾ, ਐਵੇਂ ਨਹੀਂ ਬਣਦਾ ਮਤਲਬ। ਤਾਂ ਇਹਦਾ ਸਿੰਪਲੀ ਕੋਡ ਹੈ ਵੀ ਤੁਸੀਂ ਕੀ ਕਰੋ, ਇਹਦਾ ਸਿੰਪਲ ਮਤਲਬ ਕੀ ਹੈ? G ਦਾ ਮਤਲਬ 5 ਹੈ, E ਦਾ ਮਤਲਬ 9 ਹੈ, A ਦਾ ਮਤਲਬ 1 ਹੈ, R ਦਾ ਮਤਲਬ 4 ਹੈ। ਠੀਕ ਹੈ, ਅਸੀਂ R ਦਾ ਮਤਲਬ 4 ਹੋ ਗਿਆ, O ਦਾ ਮਤਲਬ 7, U ਦਾ ਮਤਲਬ 2, T ਦਾ ਮਤਲਬ 8, E ਦਾ ਮਤਲਬ 9। ਉਵੇਂ ਆਪਾਂ ਗੇਟ ਲਈ ਲਿਖ ਸਕਦੇ ਹਾਂ ਨਾ। ਹੁਣ ਦੇਖੋ G ਦਾ ਮਤਲਬ ਕੀ ਹੈ? ਇਹਦੇ ਵਿੱਚ ਦੇਖੋ G ਦਾ ਮਤਲਬ ਕੀ ਹੋ ਗਿਆ? ਇੱਥੇ
5 ਤਾਂ ਜੀ ਦਾ ਮਤਲਬ 5 ਲਿਖ ਲਓ। ਏ ਦਾ ਮਤਲਬ ਇਸੇ ਵਿੱਚੋਂ ਹੀ ਦੇਖੋ ਤੀਜੇ ਸਥਾਨ 'ਤੇ ਕੀ ਆਉਂਦਾ 1, ਠੀਕ ਹੈ। ਟੀ ਦਾ ਮਤਲਬ ਦੂਜੇ ਦੇ ਵਿੱਚੋਂ ਦੇਖੋ ਦੂਜਾ ਪਿੱਛੋਂ ਛੱਡ ਕੇ 8 ਆਉਂਦਾ, 8 ਲਿਖ ਲਾਂਗੇ। ਇਹਦਾ ਮਤਲਬ ਲਾਸਟ ਅੱਖਰ 9, ਤਾਂ ਆਪਣੇ ਕੋਲ ਗੇਟ ਦਾ ਮਤਲਬ ਕੀ ਹੈ 5199 ਜਾਂ 5199। ਦੂਜੀ ਆਪਸ਼ਨ ਇਹਦੇ ਲਈ ਸਹੀ ਆਏਗੀ। ਅਗਲਾ ਨਿਰਦੇਸ਼ ਦਿੱਤੇ ਹੋਏ ਆ, ਪਹਿਲਾਂ ਵੀ ਆਪਾਂ ਇਹਦੇ ਨਾਲ ਦਾ ਕੁਐਸਚਨ ਕੀਤਾ ਬੇਟਾ। ਇੱਕ ਸਕੂਲ ਦੇ 5 ਅਧਿਆਪਕ ਹਨ। ਜੇਕਰ ਪਹਿਲੀ ਕੰਡੀਸ਼ਨ ਆਪਾਂ ਨੂੰ ਕੀ ਦਿੱਤੀ ਹੈ, ਏ ਅਤੇ ਬੀ ਹਿੰਦੀ ਅਤੇ ਅੰਗਰੇਜ਼ੀ ਪੜ੍ਹਾਉਂਦੇ ਹਨ, ਸੀ ਅਤੇ ਬੀ ਭੂਗੋਲ ਅਤੇ ਅੰਗਰੇਜ਼ੀ ਪੜ੍ਹਾਉਂਦੇ ਹਨ। ਅੱਗੇ ਅੱਗੇ ਆਪਸ਼ਨਾਂ ਆਪਾਂ ਨੂੰ ਦਿੱਤੀਆਂ ਹੋਈਆਂ। ਡੀ ਅਤੇ ਏ ਹਿੰਦੀ ਅਤੇ ਹਿਸਾਬ ਪੜ੍ਹਾਉਂਦੇ ਹਨ, ਈ ਅਤੇ ਬੀ ਹਿਸਟਰੀ ਅਤੇ ਪੰਜਾਬੀ ਪੜ੍ਹਾਉਂਦੇ ਹਨ। ਇਹਨਾਂ ਦੇ ਬੇਸਡ ਆਪਾਂ ਦੱਸਣਾ ਕੁਛ ਕੁਐਸਚਨ ਨੇ ਇਹਦੇ ਬੇਸਡ, ਮਤਲਬ ਜਿਵੇਂ ਪਹਿਲਾ ਕੁਐਸਚਨ ਹੈ, ਕਿਹੜਾ ਅਧਿਆਪਕ ਸਭ ਤੋਂ ਵੱਧ ਵਿਸ਼ੇ ਪੜ੍ਹਾਉਂਦਾ ਹੈ? ਏ ਬੀ ਸੀ ਡੀ ਆਪਸ਼ਨਾਂ ਨੇ। ਕਿਹੜਾ ਅਧਿਆਪਕ ਸਿਰਫ ਭੂਗੋਲ ਅਤੇ ਅੰਗਰੇਜ਼ੀ ਪੜ੍ਹਾਉਂਦਾ? ਇਹਦੇ ਲਈ ਵੀ ਏ ਬੀ ਸੀ ਡੀ ਆਪਸ਼ਨਾਂ ਨੇ। ਕਿਹੜਾ ਵਿਸ਼ਾ 2 ਤੋਂ ਵੱਧ ਅਧਿਆਪਕ ਪੜ੍ਹਾਉਂਦੇ ਹਨ? ਹਿਸਟਰੀ, ਪੰਜਾਬੀ, ਹਿੰਦੀ, ਹਿਸਾਬ, ਠੀਕ ਹੈ ਬੇਟਾ, ਇਹ ਆਪਸ਼ਨਾਂ ਨੇ। ਕਿਹੜਾ ਅਧਿਆਪਕ 2 ਤੋਂ ਘੱਟ ਵਿਸ਼ੇ ਪੜ੍ਹਾਉਂਦਾ ਹੈ? ਇਹ ਵੀ ਤੁਸੀਂ ਦੱਸਣਾ ਵੀ ਕਿਹੜਾ ਅਧਿਆਪਕ ਪੜ੍ਹਾਉਂਦਾ। ਇਹ ਆਪਾਂ ਨੂੰ ਕਿਵੇਂ ਪਤਾ ਲੱਗੇਗਾ? ਹੱਲ ਕਰਕੇ ਆਪਾਂ ਨੂੰ ਪਤਾ ਲੱਗੇਗਾ, ਵੀ ਇਹਨੂੰ ਆਪਾਂ ਹੱਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕੀ ਉੱਤਰ ਆਉਂਦਾ ਇਹਦੇ ਲਈ। 125 ਤੋਂ 128 ਤੱਕ ਆਪਾਂ ਰਕਮ ਦੇਖੋ ਕੁਐਸਚਨ ਸਾਰੇ ਪੜ੍ਹ ਲਏ, ਰਕਮ ਵੀ ਪੜ੍ਹ ਲਈ। ਤਾਂ ਉਸ ਹਿਸਾਬ ਨਾਲ ਦੇਖੋ ਮੈਂ ਇੱਕ ਡਾਇਗਰਾਮ ਬਣਾਈ ਹੋਈ ਹੈ, ਮਤਲਬ ਜਿਵੇਂ ਜਿਵੇਂ ਅਧਿਆਪਕ ਜਿਹੜੇ ਜਿਹੜੇ ਵਿਸ਼ੇ ਪੜ੍ਹਾਉਂਦੇ ਨੇ ਉਹ ਲਿਖੇ ਹੋਏ ਨੇ। ਏ ਤੇ ਬੀ ਹਿੰਦੀ ਇੰਗਲਿਸ਼, ਸੀ ਤੇ ਬੀ ਭੂਗੋਲ ਅਤੇ ਅੰਗਰੇਜ਼ੀ, ਡੀ ਤੇ ਈ ਹਿੰਦੀ ਅਤੇ ਹਿਸਾਬ ਜਿਵੇਂ ਇੱਥੇ ਲਿਖੇ ਹੋਏ ਨੇ, ਈ ਤੇ ਬੀ ਹਿਸਟਰੀ ਪੰਜਾਬੀ। ਦੇਖੋ ਬੇਟਾ ਪਹਿਲਾਂ ਵੀ ਇਹਦੇ ਨਾਲ ਦੀ ਇੱਕ ਵੀਡੀਓ ਸੀਗੀ, ਉਹਦੇ ਵਿੱਚ ਮੈਂ ਦੱਸਿਆ ਸੀ ਵੀ ਇਹਦਾ ਮਤਲਬ ਇਹ ਨਹੀਂ ਵੀ ਏ ਹਿੰਦੀ ਪੜ੍ਹਾਉਂਦਾ ਅਤੇ ਬੀ ਇੰਗਲਿਸ਼ ਪੜ੍ਹਾਉਂਦਾ, ਜਾਂ ਸੀ ਭੂਗੋਲ ਪੜ੍ਹਾਉਂਦਾ ਬੀ ਅੰਗਰੇਜ਼ੀ ਪੜ੍ਹਾਉਂਦਾ। ਇਹਦਾ ਮਤਲਬ ਇਹ ਨਹੀਂ ਹੈ। ਇਹਦਾ ਮਤਲਬ ਇਹ ਹੈ ਵੀ ਏ ਅਤੇ ਬੀ ਦੋਨੇ ਹਿੰਦੀ ਅਤੇ ਅੰਗਰੇਜ਼ੀ ਪੜ੍ਹਾਉਂਦੇ ਨੇ, ਸੀ ਅਤੇ ਬੀ ਭੂਗੋਲ ਅਤੇ ਅੰਗਰੇਜ਼ੀ ਪੜ੍ਹਾਉਂਦੇ ਨੇ, ਡੀ ਅਤੇ ਏ ਹਿੰਦੀ ਅਤੇ ਹਿਸਾਬ ਪੜ੍ਹਾਉਂਦੇ ਨੇ, ਮਤਲਬ ਦੋਨੇ ਪੜ੍ਹਾਉਂਦੇ ਨੇ। ਈ ਅਤੇ ਬੀ ਹਿਸਟਰੀ ਅਤੇ ਪੰਜਾਬੀ ਪੜ੍ਹਾਉਂਦੇ ਨੇ। ਇਹ ਤੁਹਾਨੂੰ ਸਮਝ ਆ ਗਿਆ ਹੋਣਾ। ਹੁਣ ਆਪਾਂ ਕੁਐਸਚਨ ਵੱਲ ਦੇਖਦੇ ਹਾਂ। ਆਪਾਂ ਕੁਐਸਚਨ ਆਪਣਾ ਲਗਭਗ ਹੋ ਹੀ ਗਿਆ, ਤਾਂ ਆਪਾਂ ਕੁਐਸਚਨ ਵੱਲ ਗੌਰ ਕਰਦੇ ਹਾਂ ਵੀ ਆਪਾਂ ਨੂੰ ਕੁਐਸਚਨ ਆ ਜਿਹੜਾ ਉਹ ਕੀ ਪੁੱਛਿਆ ਕੀ ਹੈ ਕੁਐਸਚਨ ਦੇ ਵਿੱਚ। 125ਵਾਂ ਕੁਐਸਚਨ ਆਪਾਂ ਨੂੰ ਕੀ ਪੁੱਛਿਆ, ਕਹਿੰਦੇ ਕਿਹੜਾ ਅਧਿਆਪਕ ਸਭ ਤੋਂ ਵੱਧ ਵਿਸ਼ੇ ਪੜ੍ਹਾਉਂਦਾ ਹੈ? ਕਿਹੜਾ ਪੜ੍ਹਾਉਂਦਾ ਬੇਟਾ? ਦੇਖੋ ਪਤਾ ਹੀ ਲੱਗੀ ਜਾਂਦਾ ਵੀ ਕਿਹੜਾ ਪੜ੍ਹਾਉਂਦਾ ਹੈ, ਬੀ। ਤਾਂ ਕਿਹੜਾ ਅਧਿਆਪਕ ਸਭ ਤੋਂ ਵੱਧ ਵਿਸ਼ੇ ਪੜ੍ਹਾਉਂਦਾ ਹੈ? ਉਹਦੇ ਲਈ ਸਹੀ ਆਪਸ਼ਨ ਕੀ ਆਏਗੀ? ਬੀ, ਜੋ ਕਿ ਦੂਜੀ ਆਪਸ਼ਨ ਹੈ, ਠੀਕ ਹੈ ਬੇਟਾ। ਉਹ ਸਭ ਤੋਂ ਵੱਧ ਵਿਸ਼ੇ ਦੇਖਣ 'ਚ ਹੀ ਪਤਾ ਲੱਗੀ ਜਾਂਦਾ ਵੀ ਬੀ ਅਧਿਆਪਕ ਸਭ ਤੋਂ ਵੱਧ ਵਿਸ਼ੇ ਪੜ੍ਹਾਉਂਦਾ ਹੈ, ਦੂਜੀ ਆਪਸ਼ਨ। 126ਵਾਂ ਕੁਐਸਚਨ, ਕਿਹੜਾ ਅਧਿਆਪਕ ਸਿਰਫ ਭੂਗੋਲ ਅਤੇ ਅੰਗਰੇਜ਼ੀ ਪੜ੍ਹਾਉਂਦਾ ਹੈ? ਕਿਹੜਾ ਅਧਿਆਪਕ ਸਿਰਫ ਭੂਗੋਲ ਅਤੇ ਅੰਗਰੇਜ਼ੀ ਪੜ੍ਹਾਉਂਦਾ ਹੈ? ਇਹ ਦੇਖੋ ਦੋ ਅਧਿਆਪਕ ਨੇ ਜਿਹੜੇ ਭੂਗੋਲ ਅਤੇ ਅੰਗਰੇਜ਼ੀ ਪੜ੍ਹਾਉਂਦੇ ਨੇ, ਸੀ ਅਤੇ ਬੀ। ਪਰ ਬੀ ਆ ਜਿਹੜਾ ਉਹ ਹੋਰ ਵਿਸ਼ੇ ਵੀ ਪੜ੍ਹਾਉਂਦਾ, ਜਿਵੇਂ ਹਿੰਦੀ ਵੀ ਪੜ੍ਹਾਉਂਦਾ, ਹਿਸਟਰੀ ਅਤੇ ਪੰਜਾਬੀ ਵੀ ਪੜ੍ਹਾਉਂਦਾ ਬੀ। ਸਿਰਫ ਭੂਗੋਲ ਅਤੇ ਅੰਗਰੇਜ਼ੀ ਕੌਣ ਪੜ੍ਹਾਉਂਦਾ? ਸੀ ਅਧਿਆਪਕ। ਉਹ ਹੋਰ ਵਿਸ਼ਾ ਨਹੀਂ ਪੜ੍ਹਾਉਂਦਾ, ਸੀ। ਮਤਲਬ ਇਕੱਲਾ ਭੂਗੋਲ ਅਤੇ ਅੰਗਰੇਜ਼ੀ ਕਿਹੜਾ ਅਧਿਆਪਕ ਪੜ੍ਹਾਉਂਦਾ? ਸੀ ਪੜ੍ਹਾਉਂਦਾ। ਤਾਂ ਇਹਦੇ ਲਈ ਥਰਡ ਆਪਸ਼ਨ ਸਹੀ ਹੋਏਗੀ, ਸੀ ਅਧਿਆਪਕ ਆ ਜਿਹੜਾ ਉਹ ਸਿਰਫ ਭੂਗੋਲ ਅਤੇ ਅੰਗਰੇਜ਼ੀ ਪੜ੍ਹਾਉਂਦਾ ਹੈ। 127ਵਾਂ ਕੁਐਸਚਨ, ਕਿਹੜਾ ਵਿਸ਼ਾ 2 ਤੋਂ ਵੱਧ ਅਧਿਆਪਕ ਪੜ੍ਹਾਉਂਦੇ ਨੇ? ਕਿਹੜਾ ਵਿਸ਼ਾ 2 ਤੋਂ ਵੱਧ ਅਧਿਆਪਕ ਪੜ੍ਹਾਉਂਦੇ ਨੇ? ਮੈਂ ਇੱਧਰ ਲਿਖ ਦਿੰਦਾ, ਕਿਹੜਾ ਵਿਸ਼ਾ 2 ਤੋਂ ਵੱਧ ਅਧਿਆਪਕ। ਹੁਣ ਦੇਖੀਏ ਜੇ ਅੰਗਰੇਜ਼ੀ ਨੂੰ ਦੇਖਦੇ ਹਾਂ ਆਪਾਂ, ਜੇ ਏ ਅਤੇ ਬੀ ਦੋਨੇ ਅੰਗਰੇਜ਼ੀ ਪੜ੍ਹਾਉਂਦੇ ਨੇ, ਠੀਕ ਹੈ। ਦੇਖੋ ਏ ਅਤੇ ਬੀ ਅੰਗਰੇਜ਼ੀ ਪੜ੍ਹਾਉਂਦੇ ਨੇ, ਸੀ ਵੀ ਅੰਗਰੇਜ਼ੀ ਪੜ੍ਹਾਉਂਦਾ ਹੈ। ਮਤਲਬ ਜੇ ਆਪਾਂ ਅੰਗਰੇਜ਼ੀ ਦੀ ਗੱਲ ਕਰੀਏ, ਏ ਬੀ ਅਤੇ ਸੀ ਆ ਜਿਹੜੇ ਉਹ ਤਿੰਨੇ ਅੰਗਰੇਜ਼ੀ ਪੜ੍ਹਾਉਂਦੇ ਨੇ। ਹੋਰ ਵਿਸ਼ਾ ਕੋਈ? ਹਿੰਦੀ ਦੀ ਗੱਲ ਕਰੋ, ਹਿੰਦੀ ਵੀ ਏ ਅਤੇ ਬੀ ਹਿੰਦੀ ਪੜ੍ਹਾਉਂਦੇ ਨੇ। ਹੋਰ ਹਿੰਦੀ ਕੌਣ ਪੜ੍ਹਾਉਂਦਾ ਵੀ? ਡੀ ਵੀ ਹਿੰਦੀ ਪੜ੍ਹਾਉਂਦਾ। ਦੇਖੋ ਦੋ ਵਿਸ਼ੇ ਹੋ ਗਏ, ਅੰਗਰੇਜ਼ੀ ਅਤੇ ਹਿੰਦੀ, ਜਿਸ ਨੂੰ 2 ਤੋਂ ਵੱਧ ਅਧਿਆਪਕ ਪੜ੍ਹਾਉਂਦੇ ਹਨ। ਪਰ ਆਪਸ਼ਨਾਂ ਦੇ ਵਿੱਚ ਆਪਣੇ ਕੋਲ ਇੰਗਲਿਸ਼ ਨਹੀਂ ਲਿਖਿਆ ਹੋਇਆ। ਮਤਲਬ ਪਹਿਲੀ ਆਪਸ਼ਨ ਹਿਸਟਰੀ ਹੈ, ਦੂਜੀ ਹਿੰਦੀ ਹੈ, ਤੀਜੀ ਪੰਜਾਬੀ ਹੈ ਅਤੇ ਚੌਥਾ ਹਿਸਾਬ ਹੈ। ਤਾਂ ਆਪਸ਼ਨਾਂ ਦੇ ਵਿੱਚ ਇਕੱਲੀ ਕੀ ਹੈ? ਹਿੰਦੀ। ਤਾਂ ਅੰਗਰੇਜ਼ੀ ਤਾਂ ਹੈ ਹੀ ਨਹੀਂ ਫਿਰ ਇਹਦਾ ਮਤਲਬ। ਤਾਂ ਆਪਾਂ ਕਿਹੜੀ ਆਪਸ਼ਨ ਲਾਵਾਂਗੇ? ਹਿੰਦੀ। ਮਤਲਬ 2 ਤੋਂ ਵੱਧ ਆ ਜਿਹੜੇ ਅਧਿਆਪਕ ਕਿਹਨੂੰ ਪੜ੍ਹਾਉਂਦੇ ਨੇ? ਦੂਜੀ ਆਪਸ਼ਨ ਹਿੰਦੀ ਨੂੰ ਪੜ੍ਹਾਉਂਦੇ ਨੇ, ਠੀਕ ਹੈ ਬੇਟਾ। ਆਪਾਂ ਆਪਸ਼ਨਾਂ ਵੀ ਦੇਖਣੀਆਂ ਵੀ ਆਪਾਂ ਨੂੰ ਕੀ ਦਿੱਤਾ ਹੋਇਆ। 128,
ਕਿਹੜਾ ਅਧਿਆਪਕ 2 ਤੋਂ ਘੱਟ ਵਿਸ਼ੇ ਪੜ੍ਹਾਉਂਦਾ ਹੈ? ਦੇਖੋ ਇੱਥੋਂ ਦੇਖੋ, ਕੋਈ ਹੈ ਅਜਿਹਾ ਅਧਿਆਪਕ ਜਿਹੜਾ 2 ਤੋਂ ਘੱਟ ਪੜ੍ਹਾਉਂਦਾ ਹੈ? ਹਰੇਕ 2 ਅਧਿਆਪਕ 2 ਵਿਸ਼ੇ ਪੜ੍ਹਾਉਂਦੇ ਨੇ, 2 ਤੋਂ ਜ਼ਿਆਦਾ ਵੀ ਪੜ੍ਹਾਉਂਦੇ ਨੇ, ਪਰ ਇਹੋ ਜਿਹਾ ਕੋਈ ਅਧਿਆਪਕ ਨਹੀਂ ਜਿਹੜਾ 2 ਤੋਂ ਘੱਟ ਪੜ੍ਹਾਉਂਦਾ ਹੋਵੇ, ਮਤਲਬ ਇੱਕ ਵਿਸ਼ਾ ਪੜ੍ਹਾਉਂਦਾ ਹੋਵੇ। ਤਾਂ ਇਹਦੇ ਲਈ ਚੌਥੀ ਆਪਸ਼ਨ ਸਹੀ ਹੋਊਗੀ ਵੀ ਕੋਈ ਨਹੀਂ, ਕੋਈ ਅਜਿਹਾ ਅਧਿਆਪਕ ਨਹੀਂ ਜਿਹੜਾ 2 ਤੋਂ ਘੱਟ ਵਿਸ਼ੇ ਪੜ੍ਹਾਵੇ। ਤਾਂ 128ਵੇਂ ਲਈ ਚੌਥੀ ਆਪਸ਼ਨ ਠੀਕ ਹੈ। ਮੈਨੂੰ ਉਮੀਦ ਹੈ ਅੱਜ ਵਾਲਾ ਰੀਜ਼ਨਿੰਗ ਵਾਲਾ ਪਾਰਟ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।